ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹਲਾ ਪਹਿਲਾ। ਘਰ ਪੰਜਵਾ। ਅਲਾਹਣੀਆਂ। ਇਕ ਓਂਕਾਰ ਸਤ ਗੁਰ ਪ੍ਰਸਾਦ। ਵਾਹਿਗੁਰੂ ਜੀ ਜੋ ਤਿਸ ਭਾਵੈ ਸਮਰੱਥ ਸੋ ਥੀਐ। ਹੀਲੜਾ ਇਹ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ। ਸਾਚੜਾ ਸਿਰਜਣਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ। ਹੀਲੜਾ ਇਹ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ। ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ। ਤਾਂ ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ। ਇਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਸਾਰੇ ਆਪੇ। ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ। ਹੀਲੜਾ ਇਹ ਸੰਸਾਰੋ ਢਾਹੇ ਢਾਹੇ ਉਸਾਰੇ ਆਪੇ। ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ। ਹੀਲੜਾ ਇਹ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਸਥਾਨਕ ਸੰਗਤਾਂ ਵਾਸਤੇ
ਮਹਾਰਾਜ ਦੀ ਬਖਸ਼ਿਸ਼ ਦਾ ਦਰ ਖੋਲ੍ਹਿਆ ਅਤੇ ਸਾਡੇ ਵਾਸਤੇ ਇੱਕ ਬਚਨ ਸ਼੍ਰੀਮੁਖ ਵਾਕ ਦੇ ਰੂਪ ਵਿੱਚ ਪ੍ਰਾਪਤ ਹੋਇਆ। ਆਪ ਨੇ ਉਹਦੇ ਪਾਠ ਦਰਸ਼ਨ ਸੁਭਾਵਕ ਹੀ ਕੀਤੇ ਹੋਣਗੇ। ਅੱਜ ਮਹਾਰਾਜ ਨੇ ਸਾਨੂੰ ਇੱਕ ਜੁਗਤ ਦਿੱਤੀ ਹੈ, ਹਰ ਹਰ ਚਰਨ ਹਿਰਦੈ ਉਰਤਾਰੇ। ਤੇ ਕੀ ਕਰੀਏ? ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਚਰਨ ਜਦੋਂ ਵੀ ਸ਼ਬਦ ਆਉਂਦਾ ਗੁਰਬਾਣੀ 'ਚ, ਦਾ ਮਤਲਬ ਸ਼ਬਦ ਹੈ। ਗੁਰੂ ਕੇ ਚਰਨ, ਗੁਰੂ ਕਾ ਸ਼ਬਦ। ਜਿਨ੍ਹਾਂ ਨੇ ਆਪਣੇ ਹਿਰਦੇ 'ਚ ਗੁਰੂ ਕੇ ਸ਼ਬਦ ਨੂੰ ਟਿਕਾ ਲਿਆ ਅਤੇ ਸ਼ਬਦ ਨੂੰ ਹਿਰਦੇ 'ਚ ਰੱਖ ਕੇ ਭਾਵ ਗੁਰੂ ਚਰਨਾਂ ਦਾ ਲੈ ਕੇ ਜੋ ਸਿਮਰਨ ਕਰਦੇ ਨੇ, ਉਹਨਾਂ ਦੇ ਜੀਵਨ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਪਰ ਸਾਡੇ 'ਚੋਂ ਹਰ ਕੋਈ ਜੀ ਆਪਣੇ ਆਪਣੇ ਕਾਰਜ ਸਫਲ ਕਰਾਉਣਾ ਚਾਹੁੰਦਾ ਹੈ। ਇਹ ਠੀਕ ਹੈ ਕਿ ਸਾਡੇ ਸਾਰਿਆਂ ਦੇ ਕਾਰਜ ਅਲੱਗ ਅਲੱਗ ਹੋਣਗੇ, ਪਰ ਸਾਰੇ ਕਈ ਨੇ ਕਾਰਜ ਸਫਲ ਹੋਵਣ। ਅਤੇ ਜੁਗਤ ਹੈ ਸਿਮਰ ਸੁਆਮੀ ਸਤਿਗੁਰ ਆਪਣਾ। ਆਪਣੇ ਸਤਿਗੁਰੂ ਸੁਆਮੀ ਦਾ ਸਿਮਰਨ ਕਰੀਏ ਤਾਂ ਕਿ ਸਾਡੇ ਵੀ ਜੀਵਨ ਦੇ ਕਾਰਜ ਸਫਲ ਹੋ ਸਕਣ। ਗੁਰਦੇਵ ਕਿਰਪਾ ਕਰਨ ਐਸਾ ਅਸੀਂ ਕਰਦੇ ਰਹੀਏ। ਔਰ ਇਹਨਾਂ ਹੀ ਗੱਲਾਂ ਨੂੰ ਗਹਿਰੇ ਸਮਝਣ ਵਾਸਤੇ ਸਾਡੇ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ, ਸਾਨੂੰ ਇਹ ਵੀ ਸਮਝ ਆ ਜਾਏ। ਘਰ ਪਰਿਵਾਰ ਦੇ ਜਿਤਨੇ ਸਾਡੇ ਕਾਰ ਵਿਹਾਰ ਨੇ, ਅਸੀਂ ਇਹਨਾਂ ਨੂੰ ਕਦੇ ਕਦੇ ਕਹਿੰਦੇ ਬੜਾ ਵੱਡਾ ਕੰਮ ਪੈ ਗਿਆ, ਬੜਾ ਵੱਡਾ ਕੰਮ। ਠੀਕ ਹੈ ਭਾਈ, ਉਹ ਘਰ ਪਰਿਵਾਰ ਦੇ ਵਿੱਚ ਸਾਡੀ ਹੈਸੀਅਤ ਦੇ ਮੁਤਾਬਕ ਬੜਾ ਵੱਡਾ ਕੰਮ ਹੁੰਦਾ, ਪਰ ਉਹ ਤਾਂ ਅਸੀਂ ਆਪ ਕਰ ਲੈਂਦੇ ਹਾਂ। ਪਰਿਵਾਰ ਦੇ ਜੀਆਂ ਦੀ ਮਦਦ ਨਾ ਹੋ ਜਾਂਦਾ, ਭੈਣ ਭਰਾ ਕੋਈ ਨਾ ਕੋਈ ਮਦਦ ਕਰ ਦਿੰਦਾ ਅਤੇ ਉਹ ਕੰਮ ਹੋ ਜਾਂਦਾ ਹੈ। ਪਰ ਇੱਕ ਕੰਮ ਉਹ ਹੈ ਜਿਹਦੇ ਵਿੱਚ ਕੋਈ ਭੈਣ ਭਰਾ ਮਦਦ ਨਹੀਂ ਕਰ ਸਕਦਾ। ਉਤਸ਼ਾਹਤ ਤਾਂ ਕਰ ਸਕਦੇ ਨੇ, ਪਰ ਨਾਲ ਤੁਰ ਕੇ ਕੋਈ ਕਹੇ ਚੱਲ ਮੈਂ ਵੀ ਭਾਰ ਚੁਕਾ ਦੇਣਾ ਤੇਰਾ, ਐਸਾ ਨਹੀਂ ਕਰ ਸਕਦਾ। ਉਹ ਸਾਡਾ ਆਪਣਾ ਹੈ, ਉਹ ਕਾਰਜ ਅਸਾਂ ਕਰਨਾ ਹੈ। ਉਹ ਹੈ ਅਸਾਂ ਨੇ ਜਿਸ ਮਾਰਗ ਮਾਤਲੋਕ 'ਤੇ ਜਨਮ ਲਿਆ ਅਤੇ ਜੀਵਨ ਦੇ ਇਸ ਕਾਰਜ ਨੂੰ ਸਫਲ ਕਰਨਾ ਹੈ, ਪ੍ਰਭੂ ਜੀ ਦੇ ਨਾਲ ਮਿਲਣਾ ਹੈ। ਅਸਾਂ ਨੇ ਇਸ ਜਨਮ ਅਤੇ ਮਰਨ ਦੇ ਚੱਕਰ ਨੂੰ ਤੋੜ ਕੇ ਪ੍ਰਭੂ ਜੀ ਦੇ ਵਿੱਚ ਸਮਾਉਣਾ ਹੈ। ਔਰ ਇਹਦੇ ਵਿੱਚ ਸਾਡੇ ਕੋਈ ਦੂਜਾ ਤੀਜਾ ਬੰਦਾ ਮਦਦ ਨਹੀਂ ਕਰੇਗਾ, ਇਹਦੇ 'ਚ ਗੁਰੂ ਹੀ ਮਦਦ ਕਰਨਗੇ। ਇਸੇ ਕਰਕੇ ਸਾਨੂੰ ਕਹਿੰਦਾ ਭਾਈ ਗੁਰੂ ਦਾ ਧਿਆਨ ਧਰੋ, ਗੁਰੂ ਗੁਰੂ ਕਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਔਰ ਇਹ ਵੀ ਦੱਸਿਆ ਗੁਰੂ ਕੀ ਟੇਕ ਰਹਾਂ ਦਿਨ ਰਾਤ, ਦਿਨ ਰਾਤ ਗੁਰੂ ਕੀ ਟੇਕ ਵਿੱਚ ਰਹੀਏ, ਗੁਰੂਦੇਵ ਹੀ ਕਿਰਪਾ ਕਰਨ ਤਾਂ ਕਿ ਅਸੀਂ ਇਸ ਆਪਣੇ ਜਨਮ ਦੇ ਕਾਰਜ ਨੂੰ, ਜਿਸ ਨੂੰ ਅਸੀਂ ਕਹਿੰਦੇ ਹਾਂ ਸਫਲ ਕਰਨਾ ਹੈ। ਇਹਦੇ ਵਾਸਤੇ ਵਿਆਖਿਆ ਕਰਦਿਆਂ ਕਰਦਿਆਂ ਮਹਾਰਾਜ ਦਾ ਇੱਕ ਵਚਨ ਅਸੀਂ ਅਕਸਰ ਪੜ੍ਹਦੇ ਹੁੰਦੇ ਹਾਂ ਕਿ ਇਸ ਕੰਮ ਦੇ ਤੋਂ ਬਿਨਾਂ ਬਾਕੀ ਜਿਤਨੇ ਤੇਰੇ ਕੰਮ ਨੇ ਉਹ ਤੇਰੇ ਕੰਮ ਨਹੀਂ ਆਉਣੇ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਬਾਕੀ ਕਿਹਨਾਂ ਦੇ ਕੰਮ ਨੇ? ਬਾਕੀ ਜਿਨ੍ਹਾਂ ਦੇ ਪ੍ਰਤੀ ਨੇ ਉਹਨਾਂ ਦੇ ਕੰਮ ਆਉਣਗੇ। ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਅਤੇ ਪਤਾ ਲੱਗਾ ਕਿਹਦੇ ਕੰਮ ਆਏ, ਜੇ ਬੱਚਿਆਂ ਦੇ ਕੰਮ ਆਏ, ਸਾਡੇ 'ਤੇ ਕੰਮ ਨਹੀਂ। ਬਹੁਤ ਸਾਰੇ ਕੰਮ ਕੀਤੇ ਭੈਣ ਭਰਾਵਾਂ ਵਾਸਤੇ ਕਰਤੇ, ਬਹੁਤ ਸਾਰੇ ਕਰਤੇ ਮਾਪਿਆਂ ਵਾਸਤੇ ਕਰਤੇ, ਆਪਣੇ ਵਾਸਤੇ ਕੀ ਕੀਤਾ ਜੀ? ਕਦੇ ਠਹਿਰ ਕੇ ਦੇਖਣਾ, ਅਸਾਂ ਦੇ ਬਹੁਤ ਸਾਰੇ ਕੰਮ ਦੂਜਿਆਂ ਵਾਸਤੇ ਨੇ, ਭੈਣ ਭਰਾਵਾਂ ਵਾਸਤੇ, ਮਾਪਿਆਂ ਵਾਸਤੇ, ਮਾਪਿਆਂ ਦੇ ਸੰਤਾਨ ਵਾਸਤੇ। ਅਸੀਂ ਪਤੀ ਪਤਨੀ ਇੱਕ ਦੂਜੇ ਵਾਸਤੇ ਕੁਝ ਨਾ ਕੁਝ ਕਰੀ ਜਾਂਦੇ ਹਾਂ, ਪਰ ਕਦੇ ਠਹਿਰ ਕੇ ਸੋਚੀ ਆਪਣੇ ਵਾਸਤੇ ਕੀ ਕੀਤਾ ਜੇ? ਅਸੀਂ ਕਹਾਂਗੇ ਜੀ ਆਪਣੇ ਵਾਸਤੇ ਕਿੱਦਾਂ ਕਰੀਦਾ? ਭੋਜਨ ਪ੍ਰਸ਼ਾਦ ਸਭ ਦਾ ਪੱਕਾ ਹੈ, ਸਭ ਨੇ ਮੈਂ ਵੀ ਖਾ ਲਿਆ। ਲੀੜਾ ਕੱਪੜਾ ਸਭ ਦਾ ਆਇਆ, ਮੈਨੂੰ ਵੀ ਮਿਲ ਗਿਆ। ਨਹੀਂ, ਇਹ ਲੀੜੇ ਕੱਪੜੇ ਪਦਾਰਥ ਤਾਂ ਇੱਥੇ ਹੀ ਰਹਿ ਜਾਣੇ ਨੇ। ਇਹਨੂੰ ਤੇ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਤੇਰੇ ਕੰਮ 'ਤੇ ਪ੍ਰਭੂ ਦਾ ਨਾਮ ਆਉਣਾ ਸੀ। ਜਿਹੜਾ ਸੁਖਮਨੀ ਸਾਹਿਬ ਜ਼ਿਕਰ ਵੀ ਹੈ, ਜਿਹੀ ਮਾਰਗ ਕੇ ਗਨੇ ਜਾਹਿ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗਤੋਸਾ, ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਵੀ ਉਹ ਕੀ ਤੂੰ ਵਾਹਿਗੁਰੂ ਜੀ ਕਾ ਨਾਮ ਜਪਿਆ?
कि वो प्राप्त किया जो तेरे काम आए। बस यही तो असीं करने पे। और आ जो बचन सानू अलाहणियां दे रूप च मिले ने, इसे गल दी ते व्याख्या करते हैं कि भाई यही एक कारज है जो तैनूं जरूरी करना है, और ये वास्ते समा मुकर्रर है। ऐसा ना होवे गल्लां बातां च समा लंघ जाए तो मुड़ के तेरे हथ वस कुछ ना होवे। असीं पिछले शब्दां च तक वाच रहे सां कि भाई साहिब समर्थ है, इस करके समर्थ साहिब दा सिमरन करया करो, क्योंकि सबना नूं एक हुक्म है, सारिਆਂ ने इथों चले जाना है। और ये गल असां कई बार पढ़ी, साहिब सिमरहो मेरे भाई हो, सबना ये हो पयाणा। ये सारे वास्ते हुक्म है, जरूरी करार है, ये परवाना भी है भी तुसां असां सारे इथों चले जाना, बैठे किसे नहीं रहना। तो फिर असीं ऐसा कुछ करिए जिहदे नाल असीं इथों जांदे सुरखरू हो जाइए। फिर की करिए? असीं कहांगे देखो जी इसे ते पाठ भी करते हैं, संगत विच भी आउंदे आ, थोड़ा बहुता जितना कहिंदे उस सिमरन भी करते हैं, महाराज तो अगे लैके जाते हैं। हुण तुसीं सब कुछ करते हो ना, करी जाओ, लेकिन एक काम होर बाकी रह जाता है कि साडा तुहाडा कीता पूजा पाठ जाप ताप जो कुछ भी किसे कीते कि साडे सतगुरु साहिब जी नूं चंगा लगा है। गल तो अगली बाकी रह गई ना। आ जिवें कदे कदे स्कूलों कॉलेजों वाले बच्चों नूं प्रैक्टिकल फाइल तैयार करने वास्ते कह देंदे ने, कुछ प्रोजैक्ट दे देंदे ने। हर बच्चा अपने ढंग दे नाल घरों कुछ ना कुछ बना के लैके आउंदा है, सारे बना के लैके आउंदे, सारे अपने वालों वधिया लैके आउंदे ने। किसी बच्चे नूं पुछ भी तेरा तो घटिया कहेगा नहीं जी मैं तो बहुत वधिया बनाया। पर गल तो यह है कि उन्हें वधिया जो बना के धरिया है कि उहदे एग्जामिनर नूं भी वधिया लगा है। तो जे एग्जामिनर नूं वधिया नहीं लगा तो तेरा जितना मर्जी वधिया होवे किसी काम नहीं आया तेरे, फिर तेरे काम तो नहीं आया ना, फेल हो गया। तो चाहिदा तो यह है कि जे तेरा वधिया प्रोजैक्ट तय वधिया काम कीता है तो भाई तेरे अध्यापक नूं भी चंगा लगे, निरा तैनूं ही ना चंगा लगी जाए। नहीं तो अपना काम तो अपना प्रोजैक्ट तो हर एक नूं चंगा लगी जाता है। अपनी फाइल तो असीं भी कहने बड़ी वधिया साडी प्रोफाइल होनी है, पर की साडे सच्चे साहिब नूं भी चंगी लगेगी? ये कहन लगे अज इत्थों गल जो तिस भाव है, जो करता पुरख नूं चंगा लगे। तो जिहड़ा जी साडे तुहाडे चों जितने बंदगी करते ने, पाठ करते ने, बाणी पढ़ते आ, कोई कथा करदा ते सुनदा, कीर्तन करते ते सुनते, सारे एक थां ते बैठे आ। इस श्रेष्ठता वखरी बहुती कोई नहीं किसी दी पाई। ये करते दा हुक्म है, किसी नूं किते बिठा लिया, किसी नूं किते बिठा लिया। आपने पाठ करदे पढ़े भी जो एक सेवक गुर पास, एक गुर कारे लाइयां। एक इन्हां नूं कुल बिठा लिया तो एक इन्हां नूं कम ला दिता, तो बख्शिश किनूं मिलेगी? जिन्हां गुर प्यारा मन चित, जिन्हां दे मन विच अपने गुरु के प्रति प्रेम है, अगली बख्शिश उन्हां नूं मिलनी है। इस करके भाई कोई ये वडप्पण का मन ना कर बैठे भी लै मैनू कित्थे थां बैठण नूं मिल गया, मैनू रुतबा वड्डा मिल गया, तैनूं घट मिलिया। नहीं भाई, ये हुक्म है। हुण अगली गल है कि साडे कीते कर्म नूं जो कुछ असीं इत्थे बह के करना है, जाप ताप पूजा पाठ करदे, कि साहिब जी नूं चंगा लगा। जे साहिब जी नूं वो साडा कीता होया कर्म करतब भा गया तो फिर सानू अगली बख्शिश मिलेगी। तो जिन्हां दा कीता होया कर्म करतब पूजा पाठ वाहिगुरू जी नूं चंगा लग जांदा है, समर्थ सो वो समर्थ हो जाता है। समर्थ सो थिया, उस जी नूं बख्शिशां मिल जांदियां ने, ते निहरियां बख्शिशां मिलदियां उन्हां नाल समर्थ हो जाता है, वो करन योग हो जाता है। हुण असीं भुगतण योग हाँ, अजे असीं कुछ करन योग नहीं हाँ, असीं सिर्फ हुक्म की तामील कर रहे हाँ तो भोग रहे हाँ, भुगत रहे हाँ। हुण तक तो अपने पिछले कीते कर्मां दे फल ही भोग रहे हाँ। ਸਾਹਿਤਕ शब्दावली वाले कहते हैं कि भोग की असीं भुगत रहे हाँ, जन्म मिले अपने कीते कर्मां दा भुगत रहे हाँ। सहवे जिया अपना किया,
ਜੋ ਕੁਝ ਅਸੀਂ ਪਿੱਛੇ ਕੀਤਾ ਉਹ ਭੁਗਤ ਰਹੇ ਹਾਂ। ਅਤੇ ਲਗਭਗ ਸ਼ਾਇਦ ਸਾਡੇ 'ਚੋਂ ਸਾਰੇ ਚਾਹੁੰਦੇ ਨੇ ਕਿ ਭਾਈ ਮਹਾਰਾਜ ਕਿਰਪਾ ਹੋਵੇ, ਮੈਨੂੰ ਹੋਰ ਨਹੀਂ ਭੁਗਤਣਾ, ਬਹੁਤ ਭੁਗਤ ਲਿਆ, ਬੜਾ ਦੁੱਖ ਪਾ ਲਿਆ, ਬੜੀ ਮਿਹਨਤਾਂ ਮਸ਼ੱਕਤਾਂ ਕਰ ਲਈਆਂ, ਬਸ ਹੋਰ ਨਹੀਂ, ਕਿਰਪਾ ਕਰੋ ਨਾ। ਅਤੇ ਮਹਾਰਾਜ ਕਹਿੰਦੇ ਕਿ ਫਿਰ ਐਸਾ ਕੁਝ ਕੰਮ ਕਰ ਜਿਹਦੇ ਨਾਲ ਸਾਹਿਬ ਨੂੰ ਚੰਗਾ ਲੱਗ ਜਾਏ ਅਤੇ ਹੁਣ ਤੋਂ ਤੇਰਾ ਭੁਗਤਣਾ ਬੰਦ ਹੋ ਜਾਏ, ਤੇਰਾ ਸੰਸਾਰ ਦੇ ਦੁੱਖ, ਸੰਸਾਰ ਦੇ ਸੰਤਾਪ, ਕਲੇਸ਼ ਭੋਗਣੇ ਬੰਦ ਹੋ ਜਾਣ। ਮਹਾਰਾਜ ਕਿੱਦਾਂ? ਕਹਿਣ ਲੱਗੇ ਉਹਨੂੰ ਚੰਗਾ ਉਨਾ ਚਿਰ ਨਹੀਂ ਜਿੰਨਾ ਚਿਰ ਉਹਨੂੰ ਚੰਗਾ ਨਹੀਂ ਲੱਗ ਸੇ ਕਰਕੇ ਭਗਤ ਗੁਰਸਿੱਖ ਇੱਕੋ ਕੰਮ ਕਰਦੇ ਨੇ ਕਿ ਆਪਣੇ ਗੁਰੂ ਦੀ ਨਜ਼ਰੇ ਪ੍ਰਵਾਨ ਹੋ ਜਾਈ। ਬਸ ਆ ਜਿੰਨਾ ਕੁ ਵਡੇਰਿਆਂ ਦੀ ਸੰਗਤ ਕਰਦਿਆਂ ਸਾਂ ਸੁਣਿਆ ਪੜ੍ਹਿਆ, ਆਪ ਨੇ ਵੀ ਸਾਹਿਤ, ਸਾਖੀ, ਦਰਸ਼ਨ, ਬਾਣੀ ਜਿਤਨਾ ਪੜ੍ਹਿਆ ਸੁਣਿਆ ਦੇ 'ਚ ਕੋਈ ਗੱਲ ਸਮਝ ਆਉਂਦੀ ਨਾ। ਸਿੱਖ ਜਿੰਨੇ ਵਡੇਰੇ ਸਾਡੇ ਤੋਂ ਹੋ ਗੁਜ਼ਰੇ ਨੇ, ਬਸ ਗੁਰੂ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਨੇ, ਗੁਰੂ ਖੁਸ਼ ਹੋ ਜਾਵਣ। ਉੱਥੇ ਕੋਈ ਦਿਖਾਵਾ ਨਹੀਂ, ਕੋਈ ਵਿਦਿਆ ਨਹੀਂ, ਕੋਈ ਚਲਾਕੀ ਨਹੀਂ, ਕੋਈ ਨਹੀਂ, ਬਸ ਗੁਰੂ ਖੁਸ਼ ਹੋ ਗਏ। ਜਿਨ੍ਹਾਂ 'ਤੇ ਗੁਰੂ ਖੁਸ਼ ਹੋ ਗਏ ਉਹਨਾਂ ਨੂੰ ਹੀ ਸਾਹਿਬ ਨੇ ਅਗਲੀ ਬਖਸ਼ਿਸ਼ ਦਿੱਤੀ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਉਹ ਫਿਰ ਸਮਰੱਥਤਾ 'ਤੇ ਪਹੁੰਚ ਜਾਂਦੇ ਨੇ। ਬਹੁਤ ਵਾਰ ਅਸੀਂ ਇੱਕ ਨਾਮ ਪੜ੍ਹਦੇ ਹੁੰਦੇ ਹਾਂ ਭਾਈ ਸਾਹਿਬ ਭਾਈ ਕਨ੍ਹਈਆ ਜੀ ਦਾ। ਪਿਛਲੇ ਦਿਨਾਂ 'ਚ ਅਸੀਂ ਪੁਰਬ ਵੀ ਉਹਨਾਂ ਦੇ ਮਨਾ ਰਹੇ ਸਾਂ, ਅਤੇ ਜਦੋਂ ਸੇਵਾ ਕਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਜ਼ਰੇ ਪ੍ਰਵਾਨ ਹੋ ਗਏ ਨੇ ਅਤੇ ਸਮਰੱਥਤਾ ਮਿਲ ਗਈ, ਸੇਵਾ ਦਾ ਮਾਣ ਮਿਲ ਗਿਆ, ਪਿਆਰ ਅਤੇ ਬਖਸ਼ਿਸ਼ਾਂ ਮਿਲ ਗਈਆਂ ਨੇ। ਦੂਸਰੇ ਮੰਡਲ ਵਿੱਚ ਜਾ ਕੇ ਜਦੋਂ ਦਸ਼ਮੇਸ਼ ਜੀ ਦੀ ਨਜ਼ਰੇ ਪ੍ਰਵਾਨ ਚੜ੍ਹ ਗਏ ਨੇ, ਜੋ ਸੀ ਕਿ ਦੂਸਰੇ ਮੰਡਲ 'ਤੇ ਪਹੁੰਚ ਗਏ ਨੇ, ਉਦੋਂ ਫਿਰ ਹੋਰ ਸਮਰੱਥਤਾ ਮਿਲ ਗਈ ਹੈ ਵੀ ਕੇਵਲ ਪਾਣੀ ਹੀ ਨਹੀਂ ਪਿਲਾ, ਹੁਣ ਤੂੰ ਮੱਟੀਆਂ ਵੀ ਕਰਕੇ ਆ, ਮਲਹਮ ਵੀ ਲਗਾ ਦਿਆ ਕਰ, ਪ੍ਰਵਾਨਗੀ ਮਿਲ ਗਈ ਹੈ। ਇਸ ਕਰਕੇ ਸਾਨੂੰ ਆਹ ਸੰਸਾਰ ਮਿਲਿਆ ਹੈ, ਜੀਵਨ ਮਿਲਿਆ, ਕੀ ਕਰੀਏ? ਹੀਲੜਾ। ਆ ਪੁਰਾਣਾ ਪੰਜਾਬੀ ਦੇ ਸ਼ਬਦ ਹੈ, ਕੋਈ ਹੀਲਾ ਕਰੋ, ਵੀ ਕੋਈ ਆਹਰ ਕਰੋ, ਜਿਹਨੂੰ ਪੁਰਾਣੇ ਲੋਕ ਕੋਈ ਹੀਲਾ ਕਰ ਮਨਾ, ਕੋਈ ਹੀਲਾ ਹਵਾਲਾ ਤੇ ਕਰਨਾ ਪੈਣਾ। ਮਹਾਰਾਜ ਕਹਿੰਦੇ ਹੀਲੜਾ ਇਹ ਸੰਸਾਰੋ, ਭਾਈ ਸੰਸਾਰ ਕੋਈ ਹੀਲਾ ਕਰਨ ਲਈ ਤੈਨੂੰ ਮਿਲਿਆ ਹੈ। ਇੱਥੇ ਜੋ 10 20 50 ਸਾਲ ਮਿਲੇ ਨੇ, ਕੋਈ ਹੀਲਾ ਕਰ ਤਾਂ ਕਿ ਗੁਰੂ ਕੀ ਨਜ਼ਰੇ ਪ੍ਰਵਾਨ ਹੋ ਜਾਏ। ਕੋਈ ਐਸਾ ਉਦਮ ਕਰ ਤਾਂ ਕਿ ਤੂੰ ਸੰਸਾਰ ਦੇ ਆ ਕਰਮਾਂ ਧਰਮਾਂ ਦੁੱਖਾਂ ਸਰਕਲੇਸ਼ਾਂ ਤੋਂ ਉੱਪਰ ਉੱਠ ਜਾਏ ਅਤੇ ਗੁਰੂ ਕੀ ਨਜ਼ਰ ਪ੍ਰਵਾਨ ਹੋ ਜਾਏ। ਇਹ ਤੈਨੂੰ ਹੀਲਾ ਕਰਨ ਵਾਸਤੇ ਸਮਾਂ ਮਿਲਿਆ, ਜਿਹਨੂੰ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ, ਇਹੀ ਹੀਲਾ ਹੈ। ਇਸ ਨੂੰ ਥੋੜ੍ਹਾ ਫਾਰਸੀ ਲਫ਼ਜ਼ ਕਿ ਸਰੰਜਾਮ ਲਾਗ, ਆ ਸ਼ਬਦ ਨੇ ਸਰੰਜਾਮ, ਕਿਸੇ ਕੰਮ ਨੂੰ ਅੰਜਾਮ ਦੇਣਾ। ਤੂੰ ਭਾਈ ਇਸ ਕੰਮ ਨੂੰ ਅੰਜਾਮ ਦੇ, ਅਤੇ ਕੰਮ ਕਿਹੜਾ? ਸਾਡਾ ਨਾਮ ਜਪ, ਇੱਕੋ ਕੰਮ ਜੇ ਸਾਡਾ। ਬਾਕੀ ਕੰਮ ਤੇ ਸੰਸਾਰ ਵਾਲੇ ਨੇ ਨਾ, ਸੰਸਾਰ ਵਿੱਚ ਹੀ ਰਹਿ ਜਾਣੇ ਨੇ। ਇਸ ਨੂੰ ਸਰੰਜਾਮ ਲਾਗ, ਇਹਦਾ ਮਤਲਬ ਕੀ ਹੈ? ਕਹਿਣਗੇ ਭਵਜਲ ਤਰਨ ਕੈ, ਇਸ ਕੰਮ ਦੇ ਆਹਰ ਲੱਗ ਜਿਹਦੇ ਸਦਕੇ ਭਵਜਲ ਤੋਂ ਪਾਰ ਹੋਇਆ ਜਾਣਾ ਹੈ। ਕੋਈ ਹੀਲਾ ਕਰ ਜਿਹਦੇ ਨਾਲ ਭਵਜਲ ਤੋਂ ਪਾਰ ਹੋ ਜਾਏ। ਮਹਾਰਾਜ ਕਹਿੰਦੇ ਨਾ ਆਗੈ ਕੋ ਕਿਛ ਤੁਲਹਾ ਬਾਂਧੋ, ਉਹ ਭਾਈ ਇਸ ਧਾਰਾ ਤੋਂ, ਇਸ ਵਹਿਣ ਤੋਂ ਪਾਰ ਜਾਣਾ ਹੈ ਅਤੇ ਕੋਈ ਇੰਤਜ਼ਾਮ ਕਰ ਲੈ, ਤੁਲਹਾ ਬਣਾ ਲੈ, ਕੋਈ ਹੀਲਾ ਕਰ ਲੈ। ਤੁਲਹਾ ਕਹਿੰਦੇ ਨੇ ਆ ਹੁਣ ਵੀ ਕਿਤੇ ਵੇਖਿਆ ਹੋਵੇ, ਦੂਰ ਦੁਰਾਡੇ ਪਿੰਡਾਂ ਥਾਵਾਂ 'ਚ ਜਾਈਏ ਨਾ, ਅਤੇ ਵੱਡੇ ਛੱਪੜਾਂ ਦੇ ਵਿੱਚ ਜਿੱਥੇ ਬੇੜੀਆਂ ਵੀ ਨਹੀਂ ਪੈਂਦੀਆਂ, ਮਤਲਬ ਇੰਨਾ ਵੱਡਾ ਛੱਪੜ ਵੀ ਨਹੀਂ ਕਿ ਬੇੜੀਆਂ ਪੈਂਦੀਆਂ ਹੋਣ, ਅਤੇ ਵਿਅਕਤੀ ਡੂੰਘਾ ਵੀ ਹੈ ਅਤੇ ਉਹਨੇ ਕੋਈ ਕੰਮ ਵੀ ਕਰਨਾ ਛੱਪੜ ਜਾ ਕੇ, ਫਿਰ ਉਹ ਸੁੱਕੇ ਤੀਲਿਆਂ ਦੇ ਸੁੱਕਿਆ ਲੱਕੜਾਂ ਲੁਕੜਾਂ ਇਕੱਠੀਆਂ ਕਰਕੇ ਇੱਕ ਪੰਡ ਬਣਾ ਲੈਂਦੇ, ਉਹਦੇ ਉੱਤੇ ਬਹਿ ਜਾਂਦੇ, ਕਿਉਂਕਿ ਸੁੱਕੇ ਤੀਲੇ ਸੁੱਕੀਆਂ ਲੱਕੜਾਂ ਡੁੱਬਦੀਆਂ ਤਾਂ ਹੈ ਨਹੀਂ। ਉਹ ਪੰਡ ਬਣਾ ਕੇ ਉੱਤੇ ਬਹਿ ਜਾਂਦੇ ਅਤੇ ਉੱਤੇ ਬੈਠੇ ਬੈਠੇ ਆਪਣਾ ਕੰਮ ਕਰਦੇ। ਆ ਬਾਜ਼ਾਰ ਵਿੱਚ ਇੱਕ ਫਲ ਵਿਕਦਾ ਹੁੰਦਾ ਹੈ, ਕਦੇ ਕਦੇ ਮੰਡੀ 'ਚ ਵੇਖਿਆ ਸਿੰਘਾੜਾ। ਇਹ ਸਿੰਘਾੜੇ ਤੋੜਨ ਵਾਲੇ ਇੱਦਾਂ ਇੰਤਜ਼ਾਮ ਕੀਤਾ ਹੁੰਦਾ, ਸੁੱਕੇ ਤੀਲਿਆਂ ਦੀ ਪੰਡਾਂ ਬਣਾਈਆਂ ਹੁੰਦੀਆਂ, ਉਹਦੇ ਨਾਲ ਇੱਕ ਆਪਣਾ ਘੜਾ ਜਾਂ ਕੋਈ ਥੈਲਾ ਰੱਖਿਆ ਹੁੰਦਾ, ਕਿਉਂਕਿ ਸਿੰਘਾੜੇ ਛੱਪੜਾਂ ਦੇ ਪਾਣੀਆਂ 'ਚ ਹੁੰਦੇ ਨੇ, ਉਹ ਤੋੜ ਤੋੜ ਪਾਈ ਜਾਂਦੇ ਨੇ। ਪਰ ਉਹ 'ਚ ਇੱਕ ਮਜ਼ੇ ਦੀ ਗੱਲ ਹੈ ਕਿ ਬੇੜੀ ਫਿਰ ਵੀ ਪਲਟ ਜਾਂਦੀ ਜੇ, ਬੇੜੀ ਫਿਰ ਵੀ ਡੁੱਬ ਜਾਂਦੀ ਜੇ, ਉਹ ਤੁਲਹਾ ਨਹੀਂ ਜੇ ਡੁੱਬਦਾ, ਕਿਉਂਕਿ ਗੋਲ ਹੁੰਦਾ, ਉਹਨੇ ਕਿੱਧਰ ਡੁੱਬ ਜਾਣਾ, ਕਿੱਧਰ ਪਾਣੀ ਭਰ ਜਾਣਾ।
बस बैठण वाले नूं उत्ते बैठण दा ਚੱਜ होना चाहिए, वो कदे नहीं डुबदा। इसे करके महाराज ने निका शब्द है, बिल्कुल छोटा जिहा शब्द है पेंडू पद्धर का, पर महाराज ने उठाया, आगे को किश्तुलहा बांधो, बेड़ियां फिर डुब सकदियां ने, जहाज़ फिर डुब सकते हैं, पर तुल्हे अज तक नहीं डुबे। तो जिहड़ा एक बार तुल्हे ते बैठ गया वो भी नहीं डुबदा। बस उन्होंने तुल्हे ते बैठना, सानू प्रभु दे नाम जपना आ जाए। एक बार नाम दे जहाज़ च बह गए, एक बार नाम जपना शुरू करता, फिर नहीं डुबदे। बस एक बार नाम दे नाल संबंध स्थापित हो जाए, साड़ी सुरत का शब्द का एक बार संबंध बन जाए, फिर नहीं डुबदे। तो महाराज कहते कोई हीला ते करो ना प्यारिओ, समा मिलिया जे किते एवें विहा ना लिओ। जो तिस भावै समरथ सो थीऐ, हीलड़ा यह संसारो। जे देख ध्यान दे नाल जल थल महिल रव रहिया। भाई गल चेता रखना, प्रभु जी वाहिगुरू जी जिसका नाम जपना है ना, वो जल थल दे विच है। महिल कहंदे नूं आपां जिहनूं स्पेस कह दिंदे, अजकल पुलाड़ कह देने आ, पानी विच है, धरती विच है, ते धरती तो उपर दी सतह दे विच एक समान है, उहदे विच कोई भिन्नता नहीं है। असीं इसे करके दर्शन जिन्हों आप फिलासफी कहने कहते होंदे ने कि परमात्मा ने कित्यों आउणा नहीं, परमात्मा ने किते जाना नहीं। ना वाहिगुरू जी ने किते आउणा है ते ना उन्होंने किते जाना है। फिर की होना, असीं ही किते आ रहे हैं ते किते जा रहे हैं। असीं जिथे भी आ रहे हैं, जिथे भी जा रहे हैं, वाहिगुरू जी उत्थे ही ने। फिर सानू की करना चाहिए? उन्होंने सिमरन करो। जिथे सिमरन कर लांगे उत्थे प्रभु जी प्रगट हो जाएंगे। प्रभु जी नूं प्रगट करना आउणा चाहिए। तो प्रभु जी नूं प्रगट करने वास्ते साडे दार्शनिक कहंदे ने कि सन्मुख हो जाओ अपने गुरु दे। जदों अपने गुरु दे सन्मुख हो जाओगे तो तुहाडा हिरदा बिल्कुल निर्मल होवेगा। गुरुदेव सुते सिद्ध ही तुहाडे हिरदे च प्रगट हो जाणगे। आ जिवें कंधां ते शीशे लगे हुंदे ने, शीशे थोड़ा किते चल के जाते हैं। जिहड़ा व्यक्ति चल के शीशे के सामने आ जाता है, वही शीशे चों प्रगट हो जाता। पासे हट के आलोप हो गया, सामने आ गए तो शीशे चों प्रगट हो गया। हुण कि असीं शीशे दे विच थोड़ा जाने आ, बस उहदे जो लाइन है बराबरता दी, बराबर आ जाने, जिन्होंं असीं सन्मुख कहने आ, उहदे ठीक सामने आ जाओ, प्रगट हो जाएगा। उसे शीशे नूं जे असीं सूरज के सामने कर दईए तो उहदे विचों सूरज प्रगट हो जाएगा। उहनूं चंद के सामने कर दिओ तो चंद प्रगट हो जाएगा। उहदे सामने कोई पशु आ जाए, पशु प्रगट हो जाएगा। उहदे सामने जो आ जाए प्रगट हो जाएगा। पर ठीक इसे तरह जदों साडा मन रूपी शीशा गुरु के सन्मुख आ जाएगा तो इत्थों गुरु प्रगट हो जाणगे। सानूं हुक्म है दस्सिया गया ज्ञान विच, भाई परमात्मा जी हर थां ते ने, तुसीं ते हर थां ते हो। फिर की करना चाहिए कि सिमर सिमर तिस सदा संभाले। असीं पढ़दे ना, गुर मेरे संग सदा है नाले, सिमर सिमर तिस सदा संभाले। बई जिथे भी मैं जावां मेरे गुरु ते नाल ने, बस सिमरन करना है। अज भी कहण लगे जल थल महिल रव रहिया। भावें तुसीं जल विच हो, भावें धरती ते हो, ते भावें आसमान स्पेस उडारियां लगा रहे हो, वाहिगुरू जी हर थां ते तुहाडे नाल ने। ते जिथे भी तुसीं सिमरन करोगे वाहिगुरू जी उत्थे ही तुहाडे कोल प्रगट हो जाणगे। हुण की करना, साचड़ा सिरजणहारो। वो वाहिगुरू सचड़ा है। साचड़ा का मतलब सच्चा स्वरूप है। सिरजणहारो क्योंकि उसे ने ते सारे जगत की सिरजना की है। आपां इहदे आरंभता च पढ़िया ना, धन सिरंदा सच्चा पातशाह। उस करते पत वाहिगुरू ने सारे जगत की सिरजना की है। वो सिरजणहारा है, साचा सिरजणहारो। वाहिगुरू जी साचा है, वाहिगुरू जी सिरजणहार है। तो असीं की करिए नाल समझना, अलख अपारो। जिथे सच स्वरूप है, जिथे सिरजणहार है, उत्थे अलख है। अलख का मतलब होता जिन्होंने लखिया नहीं जा सकता। लखिया का प्राप्त होता जिसनों देखिया सुनिया तो समझिया जाए। उन्होंने असीं कहने लख लिया, असीं समझ लिया, असीं देख लिया।
ਆਮ ਤੌਰ 'ਤੇ ਲਖਣਾ ਕਹਿੰਦੇ ਨੇ ਦੇਖਣਾ ਅਤੇ ਸਮਝਣਾ। ਕਿਸੇ ਨੂੰ ਦੇਖ ਕੇ ਆਪਾਂ ਜਿਹਨੂੰ ਪਛਾਣ ਲਿਆ, ਆਪਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ ਹਾਂਜੀ ਦੇਖ ਲਿਆ, ਦੇਖ ਤੇ ਲਿਆ ਪਰ ਪਛਾਣਿਆ ਨਹੀਂ। ਦੂਜੀ ਅਵਸਥਾ ਹੁੰਦੀ ਹੈ ਦੇਖਿਆ ਅਤੇ ਪਛਾਣ ਲਿਆ। ਬਹੁਤੇ ਜੀਆਂ ਨੂੰ ਅਸੀਂ ਦੇਖਦੇ ਹਾਂ ਪਰ ਪਛਾਣਦੇ ਨਹੀਂ, ਬਹੁਤੇ ਜਿਹਨੂੰ ਦੇਖਦੇ ਹਾਂ ਪਛਾਣਦੇ ਹਾਂ ਪਰ ਜਾਣਦੇ ਨਹੀਂ। ਅਸੀਂ ਤੁਸੀਂ ਇੱਕ ਦੂਜੇ ਨੂੰ ਠੀਕ ਹੈ ਹੁਣ ਦੇਖ ਕੇ ਪਛਾਣ ਲਵਾਂਗੇ, ਇਹਨਾਂ 'ਤੇ ਅਸੀਂ ਕੰਮ ਕਰ ਲਾਂਗੇ ਹਾਂ, ਪਰ ਦੇਖਦੇ ਹਾਂ ਪਛਾਣਦੇ ਹਾਂ ਪਰ ਕੀ ਇੱਕ ਦੂਜੇ ਨੂੰ ਜਾਣਦੇ ਵੀ ਹਾਂ। ਅਤੇ ਬਾਅਦ 'ਚ ਕਹਿੰਦੇ ਨਹੀਂ ਭਾਈ ਪਛਾਣਦੇ ਤੇ ਹਾਂ ਪਰ ਇੱਕ ਦੂਜੇ ਦੇ ਬਾਰੇ ਸਾਡੀ ਕੋਈ ਜਾਣਕਾਰੀ ਨਹੀਂ ਹੈ। ਇਹ ਜਿੱਥੇ ਤਿੰਨੇ ਕੰਮ ਇਕੱਠੇ ਹੋ ਜਾਣ, ਇੱਕ ਨੂੰ ਵੇਖ ਲਿਆ, ਪਛਾਣ ਵੀ ਲਿਆ ਅਤੇ ਜਾਣ ਵੀ ਲਿਆ, ਉਹਦੇ ਬਾਰੇ ਸਾਨੂੰ ਸਭ ਪਤਾ ਹੈ ਕੌਣ ਹੈ, ਕਿੱਥੋਂ ਆਇਆ। ਇੱਕ ਕਿਤੋਂ ਅੱਗੇ ਅਵਸਥਾ ਹੋਰ ਹੁੰਦੀ ਹੈ ਕਿ ਅਸੀਂ ਇੱਕ ਦੂਜੇ ਨੂੰ ਦੇਖ ਲਿਆ, ਪਛਾਣ ਲਿਆ, ਜਾਣ ਲਿਆ, ਪਰ ਕੀ ਤੁਹਾਡੀ ਆਪਸੀ ਕੋਈ ਮੁਲਾਕਾਤ ਵੀ ਹੈ, ਕੀ ਆਪਸੀ ਸਾਂਝ ਵੀ ਹੈ। ਅਸੀਂ ਸੰਗਤਾਂ 'ਚ ਨੇ ਬਹੁਤ ਸਾਰੇ ਜੀ ਇੱਕ ਦੂਜੇ ਨੂੰ ਦੇਖਦੇ ਹਾਂ, ਪਛਾਣਦੇ ਹਾਂ, ਜਾਣਦੇ ਹਾਂ, ਪਰ ਕਦੇ ਸਾਡੀ ਫਤਿਹ ਦੀ ਸਾਂਝ ਨਹੀਂ ਹੋਈ, ਕਦੇ ਅਸੀਂ ਇੱਕ ਦੂਜੇ ਨਾਲ ਬੋਲੇ ਨਹੀਂ। ਅਤੇ ਨਤੀਜਨ ਜੇ ਬੋਲੇ ਨਹੀਂ ਤਾਂ ਸਾਡਾ ਦੁੱਖ ਸੁੱਖ ਦੀ ਕੋਈ ਸਾਂਝ ਨਹੀਂ, ਖੁਸ਼ੀ ਗਮੀ ਦੀ ਸਾਡੀ ਕੋਈ ਸਾਂਝ ਨਹੀਂ ਹੈ, ਮਿੱਤਰਤਾ ਨਹੀਂ ਹੈ। ਹਾਂ ਦੇਖਦੇ ਹਾਂ, ਜਾਣਦੇ ਹਾਂ, ਪਛਾਣਦੇ ਬਸ, ਪਰ ਸਾਡੀ ਕੋਈ ਸਾਂਝ ਨਹੀਂ ਹੈ। ਉਹਨੂੰ ਦੁੱਖ ਸੁੱਖ ਪਿਆ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ, ਸਾਨੂੰ ਕੋਈ ਪੈ ਗਿਆ ਅਤੇ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਕਿਉਂਕਿ ਦੁੱਖ ਸੁੱਖ ਦੀ ਸਾਂਝ ਉਦੋਂ ਬਣਦੀ ਹੈ ਜਦੋਂ ਸ਼ਬਦਾਂ ਦੀ ਸਾਂਝ ਬਣਦੀ ਹੈ। ਇਸੇ ਕਰਕੇ ਸਿਆਣਿਆਂ ਨੇ ਸਾਡੇ ਘਰ ਪਰਿਵਾਰਾਂ ਵਿੱਚ ਇੱਕ ਗੱਲ ਚੀਜ਼ ਵੇਖੀ ਹੋਣੀ ਹੈ। ਸਾਡੇ ਦੋ ਭੈਣ ਭਰਾਵਾਂ ਦੇ ਵਿੱਚ ਜਦ ਤੱਕ ਆਪਸ ਵਿੱਚ ਬੋਲਚਾਲ ਹੁੰਦਾ ਹੈ, ਦੁੱਖ ਸੁੱਖ ਦੀ ਸਾਂਝ ਹੁੰਦੀ ਹੈ। ਕੁਝ ਸਮੇਂ ਬਾਅਦ ਦੋ ਭੈਣ ਭਰਾ ਆਪਸ ਵਿੱਚ ਬੋਲਚਾਲ ਬੰਦ ਹੋ ਜਾਂਦਾ ਹੈ ਅਤੇ ਦੁੱਖ ਸੁੱਖ ਦੀ ਸਾਂਝ ਵੀ ਟੁੱਟ ਜਾਂਦੀ ਹੈ। ਅਤੇ ਕੋਈ ਤੀਸਰੀ ਧਿਰ ਆ ਕੇ ਉਹਦੇ ਬਾਰੇ ਦੱਸਦੀ ਅਤੇ ਕਹਿੰਦੇ ਕਿ ਸਾਡਾ ਬੋਲਚਾਲ ਬੰਦ ਹੈ, ਬੋਲਚਾਲ ਬੰਦ ਹੈ, ਆਉਣ ਜਾਣ ਬੰਦ ਹੈ, ਜਾਣਕਾਰੀ ਸਾਰੀ ਆ, ਪਛਾਣਦੇ ਹਾਂ, ਜਾਣਦੇ ਹਾਂ, ਇਕੱਠੇ ਖੇਡੇ ਹਾਂ, ਜੰਮੇ ਪਲੇ ਸਭ ਇਕੱਠੇ ਆ, ਪਰ ਸਾਡਾ ਹੁਣ ਬੋਲਚਾਲ ਬੰਦ ਹੈ। ਬੋਲਚਾਲ ਬੰਦ ਹੋਣ ਦੇ ਨਾਲ ਸਾਡੇ ਸੰਬੰਧ ਟੁੱਟ ਗਏ ਨੇ। ਇਸੇ ਕਰਕੇ ਪ੍ਰਮਾਤਮਾ ਦੇ ਬਾਰੇ ਸਾਨੂੰ ਜਾਣਕਾਰੀ ਬਹੁਤ ਹੈ, ਗਿਆਨ ਬੜਾ ਹੈ, ਪਹਿਚਾਨਾਂ ਬੜੀਆਂ ਨੇ, ਪਰ ਸਾਡਾ ਬੋਲਚਾਲ ਕੋਈ ਨਹੀਂ ਗਾ। ਵਾਹਿਗੁਰੂ ਜੀ ਦੇ ਨਾਲ ਸਾਡਾ ਬੋਲਚਾਲ ਕਿਵੇਂ ਹੋਣਾ? ਜਿਵੇਂ ਅਸੀਂ ਭੈਣ ਭਰਾਵਾਂ ਨਾਲ ਬੋਲਚਾਲ ਕਰਦੇ ਹਾਂ, ਸਾਡੀ ਜੋ ਇੱਕ ਦੂਜੇ ਦੀ ਭਾਸ਼ਾ ਹੁੰਦੀ ਹੈ, ਅਸੀਂ ਇੱਕ ਦੂਜੇ ਨਾਲ ਬੋਲਚਾਲ ਕਰ ਲੈਂਦੇ ਹਾਂ। ਵੱਡੇ ਅਫਸਰਾਂ ਨਾਲ ਬੋਲਚਾਲ ਕਿਵੇਂ ਕਰਦੇ? ਜਿਹੜੀ ਭਾਸ਼ਾ ਬੋਲਦੇ ਨੇ ਅਸੀਂ ਉਸ ਢੰਗ ਨਾਲ ਬੋਲਦੇ ਹਾਂ। ਅਤੇ ਵਾਹਿਗੁਰੂ ਜੀ ਕਿਹੜੀ ਭਾਸ਼ਾ ਬੋਲਦੇ ਨੇ? ਯਾਦ ਰੱਖਣਾ, ਵਾਹਿਗੁਰੂ ਜੀ ਦੀ ਭਾਸ਼ਾ ਪ੍ਰੇਮ ਹੈ। ਪ੍ਰੇਮ ਨਾਲ ਬੋਲਚਾਲ ਗੱਲਬਾਤ ਕਰੀ, ਸੰਬੰਧ ਬਣਿਆ ਰਹੇਗਾ। ਅਤੇ ਪ੍ਰੇਮ ਦੇ ਨਾਲ ਫਿਰ ਉਹਨਾਂ ਦੇ ਬੋਲ ਕਿਹੜੇ ਨੇ? ਉਹਨਾਂ ਦੇ ਬੋਲ ਸ਼ਬਦ ਨੇ। ਪ੍ਰੇਮ ਦੇ ਨਾਲ ਸ਼ਬਦ ਪੜ੍ਹਾਂਗੇ ਅਤੇ ਵਾਹਿਗੁਰੂ ਜੀ ਨਾਲ ਸਾਡਾ ਬੋਲਚਾਲ ਬਣਿਆ ਰਹੇਗਾ। ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਬਾਣੀ ਨੂੰ ਪੜ੍ਹਨਾ ਪਰ ਪ੍ਰੇਮ ਨਾ ਪੜ੍ਹਨਾ, ਬੱਧੇ ਚੱਟੀ ਮਤ ਭਰਨਾ। ਬਹੁਤ ਸਾਰੇ ਜੀਨ ਜੋ ਬੱਧਾ ਚੱਟੀ ਭਰਦੇ ਨੇ ਪਰ ਪ੍ਰੇਮ ਨਾਲ ਨਹੀਂ ਪੜ੍ਹਦੇ ਨੇ, ਅਤੇ ਫਿਰ ਬੋਲਦੇ ਤਾਂ ਹੈ ਨੇ ਪਰ ਬੱਧੇ ਰੁੱਦੇ ਔਖੇ ਸੁਖਾਲੇ। ਬਸ ਜਿਵੇਂ ਸੰਸਾਰ ਦੇ ਆਪਾਂ ਦਫ਼ਤਰਾਂ 'ਚ ਇੱਕ ਦੂਜੇ ਨਾਲ ਆਫੀਸ਼ੀਅਲੀ ਗੱਲ ਕਰ ਲਈ, ਦੁੱਖ ਸੁੱਖ ਦਾ ਕੋਈ ਮਤਲਬ ਨਹੀਂ। ਪਰ ਕੇਵਲ ਵਾਹਿਗੁਰੂ ਜੀ ਦੇ ਨਾਲ ਆਫੀਸ਼ੀਅਲੀ ਗੱਲਾਂ ਮਤ ਕਰਨਾ। ਵੀ ਮਰਿਆਦਾ ਕਹਿਤੀ, ਉਹਨਾਂ ਕਿਹਾ ਸੀ ਜੀ 5 ਬਾਣੀਆਂ ਪਾਠ ਕਰਨੀ, ਕਰ ਦਿੱਤਾ ਜੀ, ਬਸ ਕਰ ਛੱਡਿਆ, ਦੇਖੋ ਜੀ ਕਰਤਾ ਨਾ, ਕਰਤੇ ਨਹੀਂ। ਇੱਕ ਵਾਰ ਵਾਹਿਗੁਰੂ ਕਰੋ, ਇੱਕ ਸ਼ਬਦ ਪੜ੍ਹੋ, ਪ੍ਰੇਮ ਦੇ ਨਾਲ ਪੜ੍ਹੋ, ਜਿਤਨਾ ਕਰ ਦਿਓ, ਕਿਉਂਕਿ ਉਹਨਾਂ ਦੀ ਭਾਸ਼ਾ ਪ੍ਰੇਮ ਹੈ। ਸ਼ਬਦ ਆਪਣੇ 'ਤੇ ਪੜ੍ਹੇ ਨੇ, ਭਾਖਿਆ, ਭਾਉ, ਅਪਾਰ, ਉਹਨਾਂ ਦੀ ਭਾਸ਼ਾ ਪ੍ਰੇਮ ਹੈ, ਭਾਵ ਹੈ। ਜੋ ਵੀ ਪੜ੍ਹਨਾ ਭਾਵ ਸਹਿਤ ਪੜ੍ਹਨਾ, ਜੋ ਵੀ ਕਰਨਾ ਪ੍ਰੇਮ ਸਹਿਤ ਕਰਨਾ। ਕਹਿਣ ਲੱਗੇ ਚੇਤਾ ਰੱਖਣਾ ਵਾਹਿਗੁਰੂ ਜੀ ਦੇ ਬਾਰੇ ਉਹ ਅਲੱਖ ਨੇ, ਅਸੀਂ ਦੇਖ ਕੇ, ਸੁਣ ਕੇ, ਸਮਝ ਕੇ ਵੀ ਸਾਰਾ ਕੁਝ ਨਹੀਂ ਜਾਣ ਪਾਵਾਂਗੇ। ਅਸੀਂ ਇੱਕ ਦੂਜੇ ਦੇ ਬਾਰੇ ਬੇਸ਼ੱਕ ਸਾਰਾ ਕੁਝ ਜਾਣ ਪਾਵਾਂਗੇ, ਪਰ ਵਾਹਿਗੁਰੂ ਜੀ ਦੇ ਬਾਰੇ ਸਾਰਾ ਕੁਝ ਨਹੀਂ ਜਾਣ ਪਾਵਾਂਗੇ। ਕਿਤਨਾ ਜਾਣ ਪਾਓਗੇ ਜੀ? ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ। ਬਸ ਜਿਸ ਨੂੰ ਤੁਸੀਂ ਆਪਣੇ ਬਾਰੇ ਜਿਤਨਾ ਕੁ ਦਿਖਾ ਦਿੰਦੇ ਹੋ ਉਤਨਾ ਕਿ ਕੋਈ ਜਾਣ ਪਾਉਂਦਾ ਹੈ, ਬਾਕੀ ਨਹੀਂ ਜਾਣ ਪਾਉਂਦਾ। ਇਸੇ ਕਰਕੇ ਸਾਰਿਆਂ ਦੀ ਜਾਣਕਾਰੀ ਅਲੱਗ-ਅਲੱਗ ਹੈ। ਜਿਤਨਾ ਉਹਨੂੰ ਕਿਸੇ ਨੇ ਦਿਖਾ ਦਿੱਤਾ ਹੈ, ਜਿਤਨਾ ਉਹਨੇ ਆਪਣਾ ਆਪ ਜਤਾ ਦਿੱਤਾ ਹੈ, ਉਤਨਾ ਹੀ ਕਿਸੇ ਨੂੰ ਪਤਾ ਲੱਗਾ ਹੈ। ਇਸੇ ਕਰਕੇ ਪ੍ਰਮਾਤਮਾ ਜੀ ਦੇ ਬਾਰੇ ਸਾਰਿਆਂ ਦੀ ਜਾਣਕਾਰੀ ਅਲੱਗ-ਅਲੱਗ ਹੈ, ਸਾਰਿਆਂ ਦਾ ਅਨੁਭਵ ਅਲੱਗ-ਅਲੱਗ ਹੈ। ਉਹ ਅਲੱਖ ਹੈ। ਪਤਾ ਕਿਉਂ ਅਲੱਖ ਹੈ? ਕਿਉਂਕਿ ਅਪਾਰ ਹੈ। ਅਪਾਰ ਦਾ ਮਤਲਬ ਹੁੰਦਾ ਜਿਸ ਦਾ ਪਰਲਾ ਕਿਨਾਰਾ ਹੈ ਹੀ ਕੋਈ ਨਹੀਂ, ਅੰਤ ਤੋਂ ਰਹਿਤ ਹੈ।
ਉਹਦੇ ਬਾਬਤ ਅਸੀਂ ਇੱਕ ਵਚਨ ਕਈ ਵਾਰ ਪਿੱਛੇ ਵੜੇ, ਅੰਤ ਨਾ ਅੰਤਾ ਸਦਾ ਬੇਅੰਤਾ। ਸ਼ਾਇਦ ਆਪਣੀ ਯਾਦ ਹੋਵੇ ਜਦ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਪਾਵਨ ਪ੍ਰਕਾਸ਼ ਜੋ ਪਹਿਲਾ ਪ੍ਰਕਾਸ਼ ਮਨਾਇਆ ਸੀ, ਸਾਨੂੰ ਇਹੀ ਮਹਾਰਾਜ ਨੇ ਕਿਹਾ ਸੀ ਕਿ ਚੇਤਾ ਰੱਖਣਾ ਬਾਣੀ ਦੇ ਰਾਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਾਹੀਂ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹੋ, ਅਤੇ ਇੱਕ ਚੇਤਾ ਰੱਖਿਓ ਪ੍ਰਮਾਤਮਾ ਦੇ ਬਾਰੇ, ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ। ਇਹੀ ਸਾਨੂੰ ਉਸ ਦਿਨ ਸ਼੍ਰੀ ਮੁਖਵਾਕ ਹੁਕਮ ਦੇ ਰੂਪ 'ਚ ਮਿਲਿਆ ਸੀ। ਕਿ ਸਿਆਣੇ ਮੰਨਦੇ ਨੇ ਅਸੀਂ ਤੁਸੀਂ ਕਿਸੇ ਦੇ ਬਾਰੇ ਜਿਤਨਾ ਕਹੀਏ ਥੋੜ੍ਹਾ ਹੁੰਦਾ ਹੈ, ਅਤੇ ਜਦੋਂ ਖੁਦ ਤੋਂ ਪੁੱਛੀ ਵੀ ਆਪਣੇ ਬਾਰੇ ਕੋਈ ਦੱਸੋ ਤਾਂ ਫਿਰ ਉਹ ਸਹੀ ਦੱਸਦੇ ਨੇ। ਮਹਾਰਾਜ ਨੇ ਆਪਣੇ ਬਾਰੇ ਦੱਸਿਆ, ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ। ਇਹੀ ਅਪਾਰ ਦੀ ਪਰਿਭਾਸ਼ਾ ਕਰ ਲਈਏ ਵੀ ਜਿਹਦਾ ਕੋਈ ਅੰਤ ਨਹੀਂ, ਬੇਅੰਤ ਹੀ ਬੇਅੰਤ ਹੈ, ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਕਹਿਣ ਲੱਗੇ ਜਲ ਥਲ ਮਹੀਲ ਰਵ ਰਿਹਾ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਅਲਖ ਅਪਾਰੋ, ਤਾਂ ਕਾ ਅੰਤ ਨਾ ਪਾਇਆ। ਅੱਜ ਤੱਕ ਕਿਸੇ ਗਿਆਨੀ ਧਿਆਨੀ ਨੇ ਉਹਦਾ ਅੰਤ ਨਹੀਂ ਪਾਇਆ। ਕਿਤੇ ਇੱਕ ਦੋ ਗਿਆਨੀ ਧਿਆਨੀ ਨਹੀਂ, ਬਲਕਿ ਕਹਿੰਦੇ ਨੇ ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਦੁਨੀਆ ਭਰ ਦੇ ਗਿਆਨੀ ਇਕੱਠੇ ਹੋ ਗਏ, ਧਿਆਨੀ ਇਕੱਠੇ ਹੋ ਜਾਣ ਕਿ ਕਰਤਾ ਪੁਰਖ ਦੇ ਬਾਰੇ ਕੋਈ ਗਿਆਨ ਪ੍ਰਾਪਤ ਕਰਨ, ਨਹੀਂ ਉਹਦੀ ਵਡਿਆਈ ਨਹੀਂ ਕਪਾ। ਆ ਸਾਡੇ ਘਰਾਂ 'ਚ ਅੰਮ੍ਰਿਤ ਕੀਰਤਨ ਪੋਥੀਆਂ ਨੇ, ਉਹਨਾਂ ਵਿੱਚੋਂ ਅਕਾਲ ਉਸਤਤ ਤੇ ਪ੍ਰਕਰਣ 'ਚ ਦੇਖਣਾ ਪਾਤਸ਼ਾਹ ਦਸ਼ਮੇਸ਼ ਦੇ ਨਾਂ 'ਤੇ ਇੱਕ ਬਚਨ ਦਰਜ ਹੈ। ਉਹਦੇ ਵਿੱਚ ਪੁੱਛਿਆ ਸੱਚੇ ਪਾਤਸ਼ਾਹ ਕਰਤਾ ਪੁਰਖ ਦੀ ਸਿਫਤ ਦੇ ਬਾਬਤ ਕਿੱਦਾਂ ਕਹੀਏ, ਕੀ ਕਰ ਸਕਦੇ ਹਾਂ? ਮਹਾਰਾਜ ਨੇ ਸਾਡੇ ਨਾਲ ਗੱਲ ਕੀਤੀ ਵੀ ਸਭ ਤੋਂ ਵੱਧ ਤੇਜ਼ ਕੌਣ ਬੋਲਦਾ ਹੈ? ਅਸਾਂ ਤਾਂ ਸਾਡੇ ਗਿਆਨੀ ਨੇ, ਸਾਡੇ ਚੋਂ ਕਹਿਣ ਲੱਗੇ ਸਭ ਤੋਂ ਤੇਜ਼ ਸਭ ਤੋਂ ਸਪਸ਼ਟ ਕੌਣ ਬੋਲਦਾ ਹੈ? ਕਹਿਣ ਲੱਗੇ ਸੁਣਿਆ ਹੈ ਸਰਸਵਤੀ ਦੇਵੀ ਹੈ, ਸਾਰਿਆਂ ਤੋਂ ਸਪਸ਼ਟ ਬੋਲਦੀ ਹੈ, ਸਭ ਤੋਂ ਤੇਜ਼ ਬੋਲਦੀ ਹੈ, ਸ਼ੁੱਧ ਬੋਲਦੀ ਹੈ। ਕਹਿਣ ਲੱਗੇ ਠੀਕ ਹੈ, ਫਿਰ ਸਭ ਤੋਂ ਤੇਜ਼ ਲਿਖਦਾ ਕੌਣ ਹੈ ਜੀ? ਸੋਚ ਵਿਚਾਰ ਕੇ ਗਿਆਨੀ ਕਹਿੰਦੇ ਹੋਣਗੇ ਵੀ ਗਣੇਸ਼ ਹੈ, ਉਹਦੇ 4 ਹੱਥ ਨੇ, ਸਭ ਤੋਂ ਤੇਜ਼ ਬੋਲਦਾ ਹੋਏਗਾ, ਸਭ ਤੋਂ ਤੇਜ਼ ਲਿਖ ਲੈਂਦਾ ਹੋਏਗਾ। ਕਹਿਣ ਲੱਗੇ ਠੀਕ ਹੈ, ਇੱਦਾਂ ਹੀ ਕਰ ਲੈਂਦੇ ਆਪਾਂ। ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹਾਂ। ਕਹਿਣ ਲੱਗੇ ਇੱਦਾਂ ਆਪਾਂ ਕਰ ਲੈਂਦੇ ਹਾਂ। ਸਰਸਤੀ ਨੂੰ ਕਹਿੰਦੇ ਤੂੰ ਬੋਲਣਾ ਸ਼ੁਰੂ ਕਰ ਦੇ, ਅਤੇ ਗਣੇਸ਼ ਨੂੰ ਕਹਿੰਦੇ ਤੂੰ ਲਿਖਣਾ ਸ਼ੁਰੂ ਕਰ ਦੇ। ਦੋਨੇ ਲਿਖਦੇ ਜੁਗ ਕੋਟ, ਅਤੇ ਕਰੋੜਾਂ ਯੁੱਗ ਲਿਖਦੇ ਰਹੋ, ਕਰੋੜਾਂ ਯੁੱਗ ਬੋਲਦੇ ਰਹੋ। ਸਰਸਵਤੀ ਲਗਾਤਾਰ ਸਪਸ਼ਟ ਸ਼ਬਦਾਵਲੀ 'ਚ, ਸ਼ੁੱਧ ਸ਼ਬਦਾਵਲੀ 'ਚ ਕਰੋੜਾਂ ਯੁੱਗ ਬੋਲਦੀ ਰਹੇ, ਅਤੇ ਗਣੇਸ਼ ਦੋਨੇ ਹੱਥੀਂ ਕਰੋੜਾਂ ਯੁੱਗ ਲਿਖਦੇ ਰਹਿਣ। ਕੀ ਪਰਮਾਤਮਾ ਦੀ ਸਿਫਤ ਅੰਤ ਪਾ ਲੋਗੇ? ਕਹਿਣ ਲੱਗੇ ਨਾ ਪਾਈ। ਫਿਰ ਕਹਿਣ ਲੱਗੇ ਕੀ ਕਰੋਗੇ? ਕਹਿਣ ਲੱਗੇ ਬੇਨਤੀ ਕਰਕੇ ਉਹਨੂੰ ਰਿਝਾ ਸਈਦਾ, ਗਿਆਨ ਵਿਗਿਆਨ ਦੀਆਂ ਜੁਗਤਾਂ ਕਰਕੇ ਉਹਨੂੰ ਰਿਝਾਏ। ਪਾਰ ਬ੍ਰਹਮ ਨੂੰ ਸਿਰਫ ਬੇਨਤੀ ਦੇ ਨਾਲ ਰਿਝਾਇਆ ਜਾਂਦਾ। ਇਸੇ ਕਰਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੁਗਤ ਦਿੱਤੀ ਹੈ ਕਿ ਕੰਮ ਕਰਕੇ ਦਾਵਾ ਮਤ ਕਰਿਓ, ਬੇਨਤੀ ਕਰਿਓ। ਮਹਾਰਾਜ ਪੈਸਾ ਭਾਈ ਗੁਰਦਾਸ ਜੀ ਕਹਿੰਦੇ ਬੇਨਤੀ ਬਖਾਨੋ, ਮੈਂ ਬੇਨਤੀ ਹੀ ਕਰ ਸਕਦਾ ਹਾਂ, ਹੋਰ ਕੁਝ ਨਹੀਂ ਕਰ ਸਕਦਾ। ਕਹਿਣ ਲੱਗੇ ਤਾਂ ਕਾ ਅੰਤ ਨਾ ਪਾਇਆ, ਫਿਰ ਆਇਆ ਤਿਨਕਾ ਸਫਲ ਭਇਆ ਹੈ। ਆਏ ਤੇ ਸਾਰੇ ਹੀ ਆ ਨਾ, ਮਾਤ ਲੋਕ ਤੇ ਜਨਮ ਲੈ ਕੇ ਆਏ ਸਾਰੇ ਹੀ ਆ, ਅਤੇ ਜਾਣਾ ਵੀ ਸਾਰਿਆਂ ਨੇ। ਇਹ ਵੀ ਸੱਚ ਹੈ ਵੀ ਆਏ ਆ ਅਤੇ ਜਾਣਾ ਹੈ, ਪਰ ਜਾਣ ਲੱਗਿਆ ਕਿੱਦਾਂ ਸਫਲ ਕਿਹੜੇ ਹੋਣਗੇ। ਇਹ ਬਹੁਤ ਪਹਿਲਾਂ ਇੱਕ ਬਚਨ ਆਪਣੇ ਪੜ੍ਹਿਆ ਹੋਣਾ, ਸ਼ਿਰਾਗ ਵਿੱਚ ਇੱਕ ਬਚਨ ਹੈ। ਸ਼ਿਰਾਗ ਦੇ ਉਸ ਬਚਨ ਦੇ ਵਿੱਚ ਮਹਾਰਾਜ ਜੀ ਨੇ, ਅੱਜ ਨੂੰ ਅਰਕ ਆਪਾਂ ਸਟੇਡੀਅਮ ਕਹਿਣ ਲੱਗ ਪਏ ਆ, ਇੱਕ ਅਖਾੜੇ ਦਾ ਦਰਸ਼ਨ ਕਰਾਇਆ ਵੀ ਤੁਸੀਂ ਸਟੇਡੀਅਮ 'ਚ ਖੇਡਣ ਵਾਲੇ ਬੱਚੇ ਦੇਖੇ ਨਾ, ਜਦੋਂ ਆਉਂਦੇ ਨੇ ਸਾਰੇ ਇੱਕ ਹੀ ਸਮਾਨ ਆਉਂਦੇ, 2 ਟੀਮਾਂ ਖੇਡਣ ਆਉਂਦੀਆਂ ਨੇ, ਸਮਾਨ ਰਿਸਪੈਕਟ ਮਿਲਦੀ ਹੈ, ਜਿਉ ਆਇਆ ਇੱਕ ਬਰਾਬਰ ਕਿਹਾ ਜਾਂਦਾ। ਦੋਨਾਂ ਖਿਡਾਰੀਆਂ ਦੋਨਾਂ ਟੀਮਾਂ ਨੂੰ ਇੱਕ ਬਰਾਬਰ ਰਿਸਪੈਕਟ ਜਿਉ ਆਇਆ ਬਰਾਬਰ ਕਿਹਾ ਜਾਂਦਾ ਹੈ। ਕੁਝ ਸਮੇਂ 'ਚ ਖੇਡਦੇ ਨੇ, ਖੇਡਣ ਤੋਂ ਬਾਅਦ ਜਦੋਂ ਜਿੱਤ ਤੇ ਹਾਰ ਦਾ ਫੈਸਲਾ ਹੋ ਜਾਂਦਾ ਹੈ ਕਿ ਜਿੱਤੇ ਹੋਏ ਅਤੇ ਹਾਰੇ ਹੋਏ ਇੱਕ ਸਮਾਨ ਜਾਣਦੇ ਨੇ। ਅਸੀਂ ਇਹਨਾਂ ਤਾਂ ਚਲੋ ਦੇਖਿਆ ਹੀ ਹੈ ਨਾ ਕਿ ਆਉਂਦੇ ਇੱਕ ਹੀ ਸਮਾਨ ਨੇ, ਆਉਂਦੇ ਵੀ ਇੱਕ ਹੀ ਦਰਵਾਜ਼ੇ ਤੋਂ ਨੇ, ਜਿਉ ਐਵੇਂ ਉਸੇ ਪੱਧਰ 'ਤੇ ਕਿਹਾ ਜਾਂਦਾ ਹੈ। ਪਰ ਜੋ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ ਹੈ ਅਤੇ ਹਾਰਨ ਵਾਲੇ ਕਿੱਧਰ ਜਾਂਦੇ ਵਿਚਾਰੇ, ਕਦੋਂ ਲੰਘ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ। ਉਹ ਤਾਂ ਬਹੁਤੇ ਮੂੰਹ ਲੁਕਾ ਕੇ, ਮੂੰਹ ਸਿਰ ਨੀਵਾਂ ਕਰਕੇ ਵਿਚਾਰੇ
ਕਿਹੜੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਂਦੇ ਪਤਾ ਲੱਗਦਾ ਨਹੀਂ। ਤੇ ਜਿਹੜੇ ਜਿੱਤ ਜਾਂਦੇ ਨੇ ਉਹ ਫਿਰ ਨਗਾੜੇ ਵਜਾਉਂਦੇ, ਢੋਲ ਵਜਾਉਂਦੇ ਹੋਏ ਨੱਚਦੇ ਟੱਪਦੇ ਜਾਂਦੇ ਨੇ। ਬਸ ਉਹੀ ਕਹਿਣ ਲੱਗੇ ਮਹਾਰਾਜ, ਕਿਤੇ ਉਸ ਸ਼ਬਦ ਨੂੰ ਪੜ੍ਹਨਾ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਦੇਵ ਕਿਰਪਾ ਕਰਨ ਅਸੀਂ ਇਸ ਗੱਲ ਨੂੰ ਸਮਝ ਸਕੀਏ, ਇਸ ਮਾਤਲੋਕ 'ਤੇ ਆਏ ਹੋਏ ਹਾਂ ਅਤੇ ਅਸਾਂ ਸਫਲ ਵੀ ਹੋਣਾ। ਕੇਵਲ ਆ ਕੇ ਟਾਈਮ ਪਾਸ ਕਰਕੇ ਨਹੀਂ ਚਲੇ ਜਾਣਾ। ਬਹੁਤ ਤੇਜ਼ੀ ਕਹਿੰਦੇ ਮੈਂ ਟਾਈਮ ਪਾਸ ਹੋ ਰਿਹਾ ਹੈ, ਠੀਕ ਹੋ ਤੇ ਰਿਹਾ ਹੈ, ਪਰ ਅਸੀਂ ਟਾਈਮ ਪਾਸ ਮਤ ਕਰੀਏ। ਭਾਈ ਸਾਹਿਬ ਕਹਿੰਦੇ ਹੁੰਦੇ ਸੀ, ਟਾਈਮ ਪਾਸ ਮਤ ਕਰੋ, ਟਾਈਮ ਸਫਲ ਕਰੋ। ਜਿਤਨਾ ਸਮਾਂ ਤੁਹਾਨੂੰ ਪ੍ਰਾਪਤ ਹੋਇਆ ਸਮੇਂ ਨੂੰ ਸਫਲ ਕਰੋ। ਅਤੇ ਸਮੇਂ ਨੂੰ ਸਫਲ ਕਰਨ ਦੀ ਇੱਕੋ ਇੱਕ ਜੁਗਤ ਹੈ। ਜਿਵੇਂ ਇਮਤਿਹਾਨ 'ਚ ਪੜ੍ਹ ਦਿੰਦੇ ਹੋ ਅਤੇ ਕਮ ਸੇ ਕਮ ਤੁਹਾਡੇ ਨੰਬਰ ਮਾਰਕਸ ਇਤਨੇ ਆਉਣੇ ਚਾਹੀਦੇ ਨੇ ਜੋ ਤੁਹਾਡੇ ਉਸਤਾਦਾਂ ਨੇ ਤੁਹਾਡੇ ਵਾਸਤੇ ਪਾਸਿੰਗ ਦਾ ਪੈਮਾਨਾ ਰੱਖਿਆ। ਬਸ ਘੱਟੋ ਘੱਟ ਓਨੇ ਨੰਬਰ 'ਤੇ ਤੁਹਾਡੇ ਇਮਤਿਹਾਨ 'ਚ ਆਉਣੇ ਚਾਹੀਦੇ ਨਾ, ਜੋ ਉਸ ਨਾਲ ਪੈਮਾਨਾ ਰੱਖਿਆ ਵੀ ਘੱਟੋ ਘੱਟ ਇੰਨੇ ਨੰਬਰ ਆਓਗੇ ਤਾਂ ਅਗਲੀ ਜਮਾਤ 'ਤੇ ਚੜ੍ਹ ਜਾਓਗੇ। ਘੱਟੋ ਘੱਟ ਓਨੇ, ਅਤੇ ਉਹ ਸਮਾਂ ਪਾਸ ਹੈ। ਜੇ ਉਹਨਾਂ ਨਹੀਂ ਕਰ ਪਾਏ ਤਾਂ ਸਾਲ ਭਰ ਫੇਲ ਹੋ ਗਏ ਹੋ। ਇਸ ਕਰਕੇ ਜੀਵਨ ਵਿੱਚ ਕੁਛ ਕਰ, ਇਤਨਾ ਕਰ ਸੋ ਕਿਛ ਕਰ। ਮਹਾਰਾਜ ਕਿਤਨਾ ਜਿੱਤ ਛੁੱਟੈ ਪ੍ਰਾਣੀ, ਜਿਹਦੇ ਨਾਲ ਤੇਰਾ ਛੁਟਕਾਰਾ ਹੋ ਜਾਏ। ਮਹਾਰਾਜ ਸਫਲ ਕਿਵੇਂ ਹੋਈਦਾ? ਆਇਆ ਤਿੰਨ ਕਾ ਸਫਲ ਭਇਆ ਹੈ। ਉਹਨਾਂ ਦਾ ਆਇਆ ਹੋਇਆ ਜੀਵਨ ਵਿੱਚ ਸਫਲਤਾ ਹੈ। ਇੱਕ ਮਨ ਜਿਨੀ ਧਿਆਇਆ, ਜਿਨ੍ਹਾਂ ਨੇ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਇੱਕ ਮਨ ਚਿੱਤ ਧਿਆਇਆ। ਦਸ਼ਮੇਸ਼ ਜੀ का बचन आपने पढ़िया होना, एक चित्त जे एक छिन तिहायो काल फास के बीच ना आयो। ਹੁਣ ਕਰਨਾ ਕੀ ਚਾਹੀਦਾ? ਸਾਨੂੰ ਜਿਤਨਾ ਵੀ ਜਾਪ ਤਾਪ ਕਰਦੇ ਹਾਂ ਕੋਸ਼ਿਸ਼ ਕਰੀਏ ਇਕਾਗਰਤਾ ਬਣੀ ਰਹੇ, ਅਤੇ ਇਕਾਗਰਤਾ ਵਾਸਤੇ ਹੀ ਅਸੀਂ ਕਰੀਏ। ਜਦੋਂ ਇਕਾਗਰਤਾ ਹੋ ਜਾਂਦੀ ਹੈ ਬਸ ਉਹ ਇੱਕ ਛਿਨ ਜੋ ਇਕਾਗਰਤਾ ਵਾਲਾ ਆ ਜਾਏਗਾ, ਸਾਡਾ ਮਸਲਾ ਹੱਲ ਹੋ ਜਾਏਗਾ। ਬਸ ਇੱਕ ਛਿਨ ਵਾਸਤੇ ਇਕਾਗਰ ਹੋ ਗਏ ਅਸੀਂ ਪਾਰ ਹੋ ਜਾਵਾਂਗੇ। ਇੱਕ ਛਿਨ ਦਾ ਮਤਲਬ ਇਹ ਨਹੀਂ ਕਿ ਵੈਸਾ ਅੱਖਾਂ ਮੀਟੀਆਂ ਦੇ ਛਿਨ ਹੋ ਗਿਆ। ਇਕਾਗਰਤਾ ਦਾ ਮਤਲਬ ਜਦੋਂ ਦੁਨੀਆ ਦੇ ਫੁਰਨੇ, ਨਿੰਦਾ, ਚੁਗਲੀ, ਈਰਖਾ, ਦੁਆਇਸ਼, ਮਾੜਾ ਚੰਗਾ, ਇਹ ਕੁਛ ਵੀ ਬਾਕੀ ਨਾ ਰਹੇ। ਬਿਲਕੁਲ ਜੋ ਜਪ ਰਿਹਾ ਉਹ ਹੋਵੇ ਕਿ ਹਾਂ ਮੈਂ ਹਾਂ, ਅਤੇ ਕਿੱਥੇ ਹਾਂ? ਮੈਂ ਸਾਗਰ ਦੇ ਵਿੱਚ ਲੀਨ ਹੋ ਰਿਹਾ, ਬਸ ਆਪਣੇ ਕਰਤਾ ਪੁਰਖ ਸਮਾ ਰਿਹਾ। ਕਰਤਾ ਹੋਏ ਤੇ ਮੈਂ ਹੋਵਾਂ। ਜੇ ਛਿਨ ਆ ਜਾਏ ਤੇ ਟਾਰਗੇਟ ਹਿੱਟ ਹੋ ਜਾਂਦਾ। ਅੱਜ ਕਹਿਣ ਲੱਗੇ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ। ਇਸੇ ਕਰਕੇ ਬਾਰ-ਬਾਰ ਕਹਿੰਦੇ ਨੇ ਭਾਈ ਧਿਆਨ ਕਰਿਆ ਕਰੋ, ਸਿਮਰਨ ਕਰਿਆ ਕਰੋ। ਆ ਹੁਣੇ ਸ਼ਲੋਕ ਆਸਾ ਕੀ ਵਾਰ ਤੋਂ ਬਾਅਦ ਆਪਾਂ ਸੁਣਿਆ, ਬਹੁਤ ਵਾਰੀ ਆਪਾਂ ਇਹ ਸ਼ਲੋਕ ਸੁਣਦੇ ਹੁੰਦੇ ਹਾਂ, ਜਿਨੀ ਨਾਮ ਧਿਆਇਆ। ਬਹੁਤ ਵਾਰ ਸ਼ਲੋਕ ਪੜ੍ਹਦੇ ਸੁਣਦੇ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਜ ਵੀ ਕਹਿਣ ਲੱਗੇ ਜਿਨ ਇੱਕ ਮਨ ਜਿਨੇ ਧਿਆਇਆ। ਇਹ ਗੱਲ ਸਮਝ ਆ ਜਾਏ ਤੇ ਜਦੋਂ ਧਿਆਣਾ ਤੇ ਇਕਾਗਰਤਾ ਤੇ ਪ੍ਰਮਾਤਮਾ ਤੇ ਭਰੋਸਾ ਆ ਜਾਏਗਾ, ਫਿਰ ਅਗਲੀ ਗੱਲ ਸਮਝ ਆ ਜਾਏਗੀ, ਢਾਹੇ ਢਾਹੇ ਉਸਾਰੇ ਆਪੇ। ਇਹ ਕਰਤਾ ਪੁਰਖ ਦੀ ਕੁਦਰਤ ਹੈ। ਕੁਦਰਤ ਦਾ ਇੱਕ ਪਾਸਾ ਹੁੰਦਾ ਹੈ ਕਿ ਟੁੱਟਣਾ ਤੇ ਬਣਨਾ। ਜਿਵੇਂ ਪੁਰਾਣੇ ਪੱਤੇ ਆਪਣੇ ਆਪ ਕੁਦਰਤੀ ਝੜ ਜਾਂਦੇ ਨੇ, ਨਵੀਆਂ ਕੁਰਬਲਾਂ ਕੁਦਰਤੀ ਆ ਜਾਂਦੀਆਂ ਨੇ। ਇਹ ਹੈ ਢਾਵਣਾ ਤੇ ਉਸਾਰਨਾ। ਕੁਦਰਤ ਵਿੱਚ ਵਿਨਾਸ਼ ਤੇ ਵਿਕਾਸ ਇੱਕ ਸਮਾਨ ਚੱਲਦਾ ਰਹਿੰਦਾ, ਸਦੀਆਂ ਤੋਂ ਚੱਲਦਾ ਆਇਆ, ਸਦੀਆਂ ਤੱਕ ਚੱਲਦਾ ਰਹੇਗਾ, ਕਿਉਂਕਿ ਕੁਦਰਤ ਹੈ ਨਾ, ਇਹਨੇ ਖਤਮ ਥੋੜ੍ਹਾ ਹੋਣਾ ਹੈ। ਅਸੀਂ ਤੁਸੀਂ ਸਮੇਂ ਦੇ ਵਿੱਚ ਆਉਂਦੇ ਹਾਂ, ਅਸੀਂ ਉਹਦੇ ਵਿਕਾਸ ਕਰਮ ਦਾ ਇੱਕ ਛੋਟਾ ਜਿਹਾ ਅੰਗ ਆ। ਜੇ ਸਮਝ ਸਕੀਏ, ਜਿਵੇਂ ਇੱਕ ਬਹੁਤ ਵੱਡੇ ਰੁੱਖ ਨੂੰ ਸੈਂਕੜੇ ਨਹੀਂ ਹਜ਼ਾਰਾਂ ਪੱਤੇ ਲੱਗੇ ਨੇ, ਉਹ ਸ਼ਾਇਦ ਹਰ ਸਾਲ ਹਜ਼ਾਰਾਂ ਪੱਤੇ ਨਵੇਂ ਲੱਗਦੇ ਨੇ ਅਤੇ ਹਜ਼ਾਰਾਂ ਝੜ ਜਾਂਦੇ ਨੇ। ਇਸੇ ਤਰ੍ਹਾਂ ਹਰ ਮਨੁੱਖ ਇੱਕ ਪੱਤੇ ਦੀ ਨਿਆਈ ਹੈ। ਹਜ਼ਾਰਾਂ ਰੋਜ਼ ਜਨਮਦੇ ਨੇ, ਹਜ਼ਾਰਾਂ ਝੜ ਜਾਂਦੇ ਨੇ, ਪਰ ਸੰਭਾਵਨਾ ਬਰਕਰਾਰ ਹੈ ਕਿ ਹਰ ਪੱਤੇ ਤੋਂ, ਜਿੱਥੇ ਵੀ ਡਾਲੀ ਤੋਂ ਪੱਤਾ ਪੈਦਾ ਹੁੰਦਾ ਹੈ, ਉੱਥੇ ਸੰਭਾਵਨਾ ਹੈ ਕਿ ਉੱਥੋਂ ਇੱਕ ਨਵੀਂ ਡਾਲੀ ਪੈਦਾ ਹੋ ਸਕਦੀ ਹੈ, ਉੱਥੋਂ ਇੱਕ ਨਵੀਂ ਟਾਹਣੀ ਪੈਦਾ ਹੋ ਸਕਦੀ ਹੈ, ਨਵੀਂ ਅੰਗੁਰ, ਨਵੀਂ ਕੁਰੰਬਲ ਫੁੱਟ ਸਕਦੀ ਹੈ। ਇਵੇਂ ਹਰ ਮਨੁੱਖੀ ਹਿਰਦੇ 'ਚ ਇੱਕ ਸੰਭਾਵਨਾ ਹੈ ਕਿ ਤੇਰੇ ਹਿਰਦੇ 'ਚੋਂ ਗੁਰੂ ਪ੍ਰਗਟ ਹੋ ਸਕਦੇ ਨੇ। ਭਾਈ ਤੇਰੇ ਹਰ ਮਨੁੱਖ ਦੇ ਸੰਭਾਵਨਾ ਹੈ
ये आस है कि हर हिरदे चों करता पुरख वाहिगुरू प्रगट हो सकते ने। बस इस संभावना नाल जिउंदे आ। करते ने सानू इस संभावना दे के पैदा किया, बई तेरे अंदर मैं प्रगट हो सकता। भगतां ने कर लिया, असीं रह गए। पूत पिता कजाया, भगतां ने अपने मन करके परमात्मा रूपी पिता नूं प्रगट कर लिया। असीं बैठे तो इसे करके ही हैं कि मतां साडे हिरदे च भी अंश मात्र ही प्रगट हो जाए, कोई कला ही प्रगट हो जाए, तेरा रोशनी प्यार आनंद कहन लगे करया करिए। आया तिनका सफल पिया है, एक मन जिने ते आया, ढाहे ढाहे उसारे आपे, हुक्म सवारण हारो। चेता रखना वो अपने हुक्म दे विच अपनी सृष्टि नूं सवारदे ने। सृष्टि नूं सवारन दा एक हिस्सा है मौत। असीं मौत तो दुखी हाँ। मौत सृष्टि नूं सवारन दा एक हिस्सा अंग है। जो पुराने पत्तियां दा झड़ जाना रुख दे नवें कुरुंबला आउण वाला सबब है। जे पुराने पत्ते झड़ने ना तो नवीं कुरुंबला ना सो सुंदरता श्रृंगार नहीं होएगा। असीं पुराणियां झड़दे रहना है, नवियां बालकां ने बच्चे आउंदे रहना। इस संसार इसे तरह तुरिया रहना। इस संगारन दा सवारन दा तरीका है। कहण लगे आप कर हुक्म सवारण सवारण हारो, जो तिस भावै समर्थ सो थीए। हीरड़ा इस संसार प्यारिओ, ਇਹਦੇ ਵਿੱਚੋਂ ਜਿਹੜੇ ਨੂੰ ਚੰਗੇ ਲੱਗ ਗਏ ਭਾ ਗਏ ਉਹ ਸਮਰੱਥ ਹੋ ਜਾਂਦੇ ਨੇ। ਕੁਝ ਹੀਲਾ ਤੇ ਕਰ, ਕੋਈ ਉਦਮ ਤੇ ਕਰ, ਤਾਂ ਕਿ ਤੂੰ ਉਹਦੀ ਦਰਗਾਹ ਪ੍ਰਵਾਨ ਹੋ ਸਕੇ, ਤੈਨੂੰ ਚੰਗਾ ਲੱਗ ਸਕੇ। ਗੁਰਦੇਵ ਕਿਰਪਾ ਕਰਨ ਸਾਡਾ ਹੀਲਾ ਮਹਾਰਾਜ ਪ੍ਰਵਾਨ ਕਰ ਲੈਣ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਤੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।